ਹੈਲੋ ਗੁੱਡ ਮੋਰਨਿੰਗ ਸਟੂਡੈਂਟਸ। ਸੋ ਅੱਜ ਆਪਾਂ ਨੇ ਕਰਨਾ ਹੈਗਾ ਲਿਵਿੰਗ ਵਰਲਡ ਦੇ ਵਿੱਚ ਬੱਚੇ ਚੈਪਟਰ ਨੰਬਰ ਫਸਟ ਆਪਾਂ ਸਟਾਰਟ ਕਰਾਂਗੇ। ਠੀਕ ਹੈ, ਕਿਉਂਕਿ ਇਹ ਜਿਹੜਾ ਚੈਪਟਰ ਹੈ ਹੁਣ ਮੈਨੂੰ ਦੁਬਾਰਾ ਕਰਾਉਣਾ ਪਏਗਾ ਨਿਊ ਐਡਮਿਸ਼ਨਸ ਕਰਕੇ। ਠੀਕ ਹੈ, ਤਾਂ ਹੁਣ ਬੱਚੇ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, ਇਹਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਆਉਂਦਾ ਕਿ ਵਾਟ ਇਜ਼ ਲਿਵਿੰਗ ਕੋਈ ਜੀਵ ਜੰਤੂ ਜ਼ਿੰਦਾ ਕਿਵੇਂ ਆ। ਹੁਣ ਤੁਹਾਨੂੰ ਮੈਂ ਕਹਿਦਾ ਇੱਕ ਜੀਵ ਜੰਤੂ ਹੈ, ਜੀਵ ਜੰਤੂ ਨੂੰ ਤੁਸੀਂ ਕਿਵੇਂ ਲਿਖੋਗੇ? ਤੁਸੀਂ ਇਹ ਲਿਖੋਗੇ ਕਿ ਜਿਹੜਾ ਚੱਲ ਫਿਰ ਸਕਦਾ, ਠੀਕ ਹੈ, ਜਿਹੜਾ ਬੋਲ ਸਕਦਾ, ਜਿਹੜਾ ਕਿ ਖਾਣਾ ਖਾ ਸਕਦਾ। ਠੀਕ ਹੈ, ਹੁਣ ਬੱਚੇ ਉਹਦੇ ਅੰਦਰ ਜਦੋਂ ਖਾਣਾ ਆਪਾਂ ਖਾ ਲੈਂਦੇ ਹਾਂ ਤਾਂ ਜਿਹੜੀ ਆਪਣੇ ਪਾਸ ਖਾਣਾ ਡਾਈਜੈਸਟ ਹੁੰਦਾ, ਠੀਕ ਹੈ, ਜਿਹਦਾ ਇੱਕ ਪਰਟੀਕੂਲਰ ਡਾਈਜੈਸਟਿਵ ਸਿਸਟਮ ਹੁੰਦਾ। ਡਾਈਜੈਸਟ ਹੋਣਾ ਮਤਲਬ ਹਜਮ ਹੋਣਾ, ਤਾਂ ਉਹ ਜਿਹੜਾ ਖਾਣਾ ਡਾਈਜੈਸਟ ਹੁੰਦਾ, ਠੀਕ ਹੈ, ਉਹਨੂੰ ਆਪਾਂ ਬੋਲਦੇ ਹਾਂ ਮੈਟਾਬੋਲਿਕ ਐਕਟੀਵਿਟੀਜ਼। ਤਾਂ ਤੁਸੀਂ ਬੇਸਿਕਲੀ ਲਿਵਿੰਗ ਬੀਇੰਗਸ ਦੀ ਕੀ ਉਹ ਦੱਸੋਗੇ ਕਿ ਜਿਹੜਾ ਲਿਵਿੰਗ ਬੀਇੰਗ ਕੀ ਹੁੰਦਾ ਗਾ, ਜਿਨ੍ਹਾਂ ਦੇ ਵਿੱਚ ਮੈਟਾਬੋਲਿਕ ਐਕਟੀਵਿਟੀਜ਼ ਹੋਣ। ਮੈਟਾਬੋਲਿਕ ਐਕਟੀਵਿਟੀਜ਼ ਦੇ ਵਿੱਚ ਕੀ ਕੀ ਇਨਕਲੂਡ ਹੈ? ਜਿਵੇਂ ਡਾਈਜੈਸ਼ਨ, ਜਿਹਦੇ ਵਿੱਚ ਡਾਈਜੈਸ਼ਨ ਹੁੰਦੀ ਹੋਵੇ, ਜਿਹਦੇ ਵਿੱਚ ਲੋਕੋਮੋਸ਼ਨ ਹੁੰਦਾ ਹੋਵੇ। ਲੋਕੋਮੋਸ਼ਨ ਮਤਲਬ ਜਿਹੜਾ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾ ਸਕੇ। ਡਾਈਜੈਸ਼ਨ ਮਤਲਬ ਜਿਹਦੇ ਵਿੱਚ ਭੋਜਨ ਹਜਮ ਹੋਵੇ। ਲੋਕੋਮੋਸ਼ਨ ਰੈਸਪੀਰੇਟਰੀ, ਜਿਹਦੇ ਵਿੱਚ ਰੈਸਪੀਰੇਸ਼ਨ ਹੁੰਦਾ। ਠੀਕ ਹੈ, ਤਾਂ ਜਿਹੜਾ ਕਿ ਸਾਹ ਲੈ ਸਕਣ। ਠੀਕ ਹੈ, ਐਕਸਕ੍ਰੀਟਰੀ ਕਿਹੜਾ ਹੁੰਦਾ ਗਾ? ਜਿਹਦੇ ਵਿੱਚ ਐਕਸਕ੍ਰੀਸ਼ਨ ਹੋਵੇ। ਇਹਨਾਂ ਸਾਰਿਆਂ ਨੂੰ ਆਪਾਂ ਬੋਲਦੇ ਹਾਂ ਮੈਟਾਬੋਲਿਕ ਐਕਟੀਵਿਟੀਜ਼। ਸਮਝ ਲੱਗ ਗਈ? ਤਾਂ ਹੁਣ ਸਿੱਧੀ ਜਿਹੀ ਗੱਲ ਹੈ, ਹੁਣ ਤੁਸੀਂ ਕਹੋਗੇ ਕਿ ਪਲਾਂਟ ਬੇਸਿਕਲੀ ਲੋਕ ਕੀ ਸੋਚਦੇ ਨਾ, ਪਲਾਂਟਸ ਨੂੰ ਕੀ ਕਰਦੇ, ਜੀਵ ਜੰਤੂ ਵਿੱਚ ਇਨਕਲੂਡ ਨਹੀਂ ਕਰਦੇ, ਹੈ ਨਾ। ਤਾਂ ਲੋਕ ਐਂ ਸੋਚਦੇ ਨੇ ਕਿ ਪਲਾਂਟ ਜੀਵ ਜੰਤੂ ਨਹੀਂ ਹੁੰਦੇ। ਪਲਾਂਟ ਵੀ ਜੀਵ ਜੰਤੂ। ਪਲਾਂਟਸ ਆਰ ਆਲਸੋ ਲਿਵਿੰਗ ਆਰਗੈਨਿਜ਼ਮਸ। ਕਿਉਂਕਿ ਜਿਹੜੇ ਪਲਾਂਟ ਹੈ ਬੱਚੇ ਉਹ ਸਾਹ ਤਾਂ ਲੈਂਦੇ ਨੇ ਨਾ, ਉਹਨਾਂ ਦੇ ਵਿੱਚ ਫੋਟੋਸਿੰਥਸਿਸ ਵੀ ਹੁੰਦੀ ਹੈ, ਖਾਣਾ ਬਣਾਉਂਦੇ ਨੇ, ਰੈਸਪੀਰੇਸ਼ਨ ਕਰਦੇ ਨੇ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਮੈਟਾਬੋਲਿਕ ਐਕਟੀਵਿਟੀਜ਼ ਹੋਣ। ਤਾਂ ਲਿਵਿੰਗ ਬੀਇੰਗਸ ਕੀ ਹੋਣਗੇ? ਉਹ ਜਿਨ੍ਹਾਂ ਦੇ ਵਿੱਚ ਮੈਟਾਬੋਲਿਕ ਐਕਟੀਵਿਟੀਜ਼ ਇੰਕਲੂਡ ਹੁੰਦੀਆਂ ਨੇ, ਲਾਈਕ ਗਰੋਥ, ਲਾਈਕ ਮੈਟਾਬੋਲਿਜ਼ਮ, ਲਾਈਕ ਐਕਸਕ੍ਰੀਸ਼ਨ, ਠੀਕ ਹੈ, ਫੋਟੋਸਿੰਥਸਿਸ ਐਕਸੈਟਰਾ। ਸਮਝ ਲੱਗ ਗਈ? ਹੁਣ ਦੇਖੋ ਇਹ ਤਾਂ ਸਾਰੀ ਜਸਟ ਇੰਟਰੋਡਕਸ਼ਨ ਜੀ ਹੈ, ਇਹਨਾਂ ਨੇ ਜੋ ਪਹਿਲੇ ਇਹਦੇ ਵਿੱਚ ਲਿਖੀ ਵੀ ਹੈ। ਐ ਨਹੀਂ ਹੈਗਾ ਕਿ ਤੁਸੀਂ ਪੜ੍ਹਨਾ ਨਹੀਂ, ਤੁਸੀਂ ਸਭ ਕੁਛ ਪੜ੍ਹਨਾ ਆਪਣਾ ਇੱਕ ਇੱਕ ਕਰਕੇ। ਠੀਕ ਹੈ, ਪੁਆਇੰਟ ਨੂੰ। ਸੋ ਇਹਦੇ ਵਿੱਚ ਕੀ ਹੈਗਾ, ਸਭ ਤੋਂ ਪਹਿਲਾਂ ਇਹਨਾਂ ਨੇ ਕੀ ਕਿਹਾ, ਕਹਿੰਦੇ ਕਿ ਜਿਹੜੇ ਆਪਣੇ ਲਿਵਿੰਗ ਇੱਥੇ ਐਕਸਟਰਾ ਆਰਡੀਨਰੀ ਹੈਬੀਟੇਟਸ ਆ। ਹੁਣ ਬੱਚੇ ਐਕਸਟਰਾ ਆਰਡੀਨਰੀ ਹੁੰਦਾ ਹੈਗਾ ਅਦਭੁਤ, ਬਹੁਤ ਸਾਰੀਆਂ, ਮਤਲਬ ਐਕਸਟਰਾ ਤੋਂ ਜ਼ਿਆਦਾ। ਠੀਕ ਹੈ, ਹੈਬੀਟੇਟਸ ਨੇ। ਹੈਬੀਟੇਟਸ ਕੀ ਹੁੰਦੀਆਂ? ਵਾਟ ਇਜ਼ ਹੈਬੀਟੇਟ? ਤੁਹਾਨੂੰ ਕੁਐਸਚਨ ਆ ਸਕਦਾ ਕਿ ਹੈਬੀਟੇਟ ਕੀ ਹੁੰਦਾ। ਹੈਬੀਟੇਟ ਹੁੰਦਾ ਜਿੱਥੇ ਤੁਸੀਂ ਰਹਿ ਰਹੇ ਹੋ, ਤੁਹਾਡਾ ਘਰ ਹੈ, ਤੁਹਾਡਾ ਹੈਬੀਟੇਟ ਆ। The place where is living organisms stay, ਜਿੱਥੇ ਜੀਵ ਜੰਤੂ ਰਹਿੰਦੇ ਨੇ, ਉਹਦਾ ਹੈਬੀਟੇਟ ਹੋ ਸਕਦਾ। ਹੁਣ ਜਿਹੜਾ ਹੈਗਾ, ਹੁਣ ਤੁਸੀਂ ਇਹ ਵੀ ਕਹਿ ਸਕਦੇ ਹੋ ਹੈਬੀਟੇਟ ਤਾਂ ਬਹੁਤ ਸਾਰਾ ਹੋ ਸਕਦਾ। ਮਾਊਂਟੇਨਸ, ਕੁਛ ਤਾਂ ਜਿਹੜੇ ਆਪਣੇ ਪਾਸ ਹੈਬੀਟੇਟ ਨੇ, ਕੁਛ ਮਾਊਂਟੇਨਸ ਜਾ ਕੇ ਰਹਿੰਦੇ ਨੇ, ਅਤੇ ਕੁਛ ਡੈਸੀਡਿਊਸ ਫੋਰੈਸਟ। ਬੱਚੇ ਆ ਜਿਹੜੇ ਤੁਸੀਂ ਆ ਮਾਊਂਟੇਨ ਡੈਸੀਡਿਊਸ, ਇਹ ਜਿਹੜੇ ਡੈਸੀਡਿਊਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਪੱਤੇ ਝੜਦੇ ਰਹਿੰਦੇ ਨੇ, ਫਿਰ ਪੱਤੇ ਆ ਜਾਂਦੇ ਨੇ, ਫਿਰ ਝੜਦੇ ਨੇ, ਫਿਰ ਪੱਤੇ ਆ ਜਾਂਦੇ ਨੇ, ਉਹ ਵਾਲੇ ਜੰਗਲਾਂ 'ਚ। ਓਸ਼ਨਸ ਤੁਹਾਨੂੰ ਪਤਾ ਹੀ ਹੈ, ਫਰੈਸ਼ ਵਾਟਰ ਲੇਕ ਹੋ ਗਿਆ, ਡੇਜ਼ਰਟ ਹੋ ਗਿਆ, ਹੌਟ ਸਪ੍ਰਿੰਗ ਐਕਸੈਟਰਾ। ਮਤਲਬ ਜਿੱਥੇ ਇਹ ਬਹੁਤ ਸਾਰੀ ਹੈਬੀਟੇਟ ਆ। ਹੁਣ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਅੱਗ ਹੈ, ਜਵਾਲਾਮੁਖੀ ਦੇ ਵਿੱਚ ਵੀ ਕੋਈ ਜਿੰਦਾ ਨਹੀਂ ਰਹਿ ਸਕੂਗਾ। ਜਵਾਲਾਮੁਖੀ ਦੇ ਵਿੱਚ ਵੀ ਜਿੰਦਾ ਰਹਿ ਸਕਦੇ ਨੇ ਕੁਛ ਬੈਕਟੀਰੀਆ, ਮਤਲਬ ਕੁਛ ਵੀ ਹੋ ਸਕਦਾ। ਸਮਝ ਲੱਗ ਗਈ? ਸੋ ਇਹ ਤੁਸੀਂ ਥੋੜ੍ਹੀ ਜਿਹੀ ਗੱਲ ਯਾਦ ਰੱਖਣੀ ਹੈ। ਉਸ ਤੋਂ ਬਾਅਦ ਨਾ ਜਸਟ ਇਹ ਇੰਟਰੋਡਕਸ਼ਨ ਹੈ। ਉਸ ਤੋਂ ਬਾਅਦ ਤੁਹਾਨੂੰ ਆ ਸਕਦਾ ਹੈ ਵਾਟ ਇਜ਼ ਲਿਵਿੰਗ ਦੇ ਵਿੱਚ ਕਹੋਗੇ ਵੈਨ ਵੀ ਟਰਾਈ ਟੂ ਡਿਫਾਈਨ ਦ ਲਿਵਿੰਗ ਵੀ ਕਨਵੈਂਸ਼ਨਲੀ ਲੁੱਕ ਫॉर ਡਿਸਟਿੰਕਟਿਵ ਪ੍ਰੋਪਰਟੀਜ਼। ਸਿੰਪਲ ਜੀ ਆਪਾਂ ਇਹਦੇ ਵਿੱਚ ਕੀ ਲਿਖਾਂਗੇ? ਕਨਵੈਂਸ਼ਨਲੀ ਮਤਲਬ ਚਾਹੇ ਤੁਸੀਂ ਔਖਾ ਲੱਗਦਾ ਛੋੜ ਦਿਓ, ਬਟ ਇਟ ਡਿਸਟਿੰਕਟਿਵ ਕਰੈਕਟਰਿਸਟਿਕਸ ਦਾ ਕੀ ਮਤਲਬ ਹੈ? ਡਿਸਟਿੰਕਟਿਵ ਵਰਡ ਦਾ ਕੀ ਮਤਲਬ ਹੈ? ਕਿ ਜਿਹੜਾ ਡਿਸਟਿੰਕਟ ਹੋਵੇ, ਕਿ ਆਹ ਚੀਜ਼ ਹੋਣੀ ਹੈ। ਡਿਸਟਿੰਕਟ ਮਤਲਬ ਜਿਵੇਂ ਵਾਧਾ ਹੋਣਾ ਹੀ ਹੋਣਾ, ਪੱਕਾ, ਜਿਹਦੇ ਵਿੱਚ ਪੱਕਾ ਹੋਵੇ। ਠੀਕ ਹੈ, ਸੋ ਜਿਵੇਂ ਗਰੋਥ ਹੈ, ਹੁਣ ਜੇ ਮੈਂ ਤੁਹਾਨੂੰ ਗੱਲ ਦੱਸਾਂ, ਗਰੋਥ ਇੱਕ ਡਿਸਟਿੰਕਟਿਵ ਪ੍ਰੋਪਰਟੀ ਹੈਗੀ ਕਿ ਨਹੀਂ ਹੈਗੀ ਹੈ? ਕਿਉਂ ਹੈਗੀ ਹੈ? ਕਿਉਂਕਿ ਜਿਵੇਂ ਹੁਣ ਗਰੋਥ ਹੈ, ਐਨੀਮਲਸ ਦੀ ਗਰੋਥ ਹੁੰਦੀ ਹੈ, ਪਲਾਂਟ ਦੀ ਗਰੋਥ ਹੁੰਦੀ ਹੈ ਨਾ। ਤਾਂ ਇਸੇ ਤਰ੍ਹਾਂ ਰੀਪਰੋਡਕਸ਼ਨ ਹੋ ਗਿਆ। ਰੀਪਰੋਡਕਸ਼ਨ ਉਹਨੇ ਐਨੀਮਲ ਹੈ, ਜੀਵ ਜੰਤੂ ਆਪਣੇ ਵਰਗੇ ਜੀਵ ਜੰਤੂ ਨੂੰ ਪੈਦਾ ਕਰਦੇ ਨੇ। ਪਲਾਂਟ ਵੀ ਤਾਂ ਪੌਦੇ ਫਲ ਫਰੂਟ ਨੂੰ ਪੈਦਾ ਕਰਦਾ। ਅਬਿਲਿਟੀ ਟੂ ਸੈਂਸ ਦਾ ਇਨਵਾਇਰਮੈਂਟ ਹੁਣ ਤੁਹਾਨੂੰ ਹੈ, ਤੁਹਾਨੂੰ ਸਰਦੀ ਬਾਰੇ ਵੀ ਪਤਾ ਚੱਲਦਾ, ਗਰਮੀ ਬਾਰੇ ਵੀ ਪਤਾ ਚੱਲਦਾ। ਅਤੇ ਮਤਲਬ ਅਮਾਊਂਟ ਆ ਸੁਟੇਬਲ ਰਿਸਪੌਂਸ ਕਮ ਟੂ ਮਾਈਂਡ।
बस जस्ट इन्ना मतलब इमीडिएटली इज यूनिक फीचर्स ऑफ लिविंग पता है ये जस्ट इन्होंने एक गल कही है क्योंकि यही जेडे ये सारे के यूनिक फीचर्स ने लिविंग ऑर्गेनिजम्स के ठीक है सो लिविंग ऑर्गेनिज्म दे विच एक तो तुसीं पता की करो इत्थे इत्थे करो जिमें ग्रोथ रिप्रोडक्शन एबिलिटी आ वाली लाइन करना है सो एंड सम मोर फीचर्स लाइक मेटाबॉलिज्म एबिलिटी टू सैल्फ रेप्लीकेट ऑर्गेनाइज इंटरैक्ट ठीक है ये सारे पॉइंट तेन तुसीं लिखना है लिविंग के अंदर सो व्हाट इज़ लिविंग तुहाडा क्वेश्चन है तो ये तुहाडे नोट्स बाहर जाने चाहिए ठीक है अपनी बुक्स के उत्ते टिक्स लगा लो ऑल लिविंग ऑर्गेनिजम्स ग्रो सारे लिविंग जीव जंतु बढ़ते हैं ये तो हुण तुसीं दस सकते हो हुण किसी का मोटा हुंदा कोई पतला हुंदा किसी का मास बढ़ता है ठीक है तो किसी का नंबर ऑफ इंडिविजुअल बनते हैं किसी के एक बच्चा होंगे किसी के दो बच्चे हो जाते हैं ये मल्टी सेलर ऑर्गेनिज्म किहड़े होंगे ने जिवें बैक्टीरिया दे विच की होंगे ने 1000 ठीक है एक बार च 1000 ठीक है क्योंकि सैल डिवीजन होंगी है बच्चे तो प्लांट दे विच भी सैल डिवीजन होंगी है जिहदे करके प्लांट है प्लांट भी तो बढ़ता ही है ठीक है सो कहने का मतलब कि ग्रोथ जो है इन एनिमल सो दिस ग्रोथ इज सीन ओनली अप टू एज बट एक पॉइंट आ कि जी ग्रोथ एक एज के मुताबिक होगी हावेवर सैल डिवीजन अकर इन सर्टन टिश्यूज टू रिप्लेस द लॉस्ट ठीक है कहते हुण एनीमल्स के जिमें आप कद अपना एक थां ते जाके खड़ जाता ना ग्रोथ होंगी है बट कद खड़ जाता है इसी तरह जिमें सैल है ठीक है किसी दे विच सैल डिवीजन हुण अपने अंदर है सैल डिवीजन किसी किसी सैल च होंदी है ना तो यूनीसैलुलर दे विच ग्रो बाय सैल डिवीजन ठीक है तो ये जी बेसिकली हुण जिवें ग्रोथ एंड रिप्रोडक्शन आर म्यूचुअली तो सिंपल जी गल है तो कहते की है इतों तक जस्ट तुसीं की लिखना अपने नोट्स के बच्चे इतों तक लिख लियो ठीक है फिर उस तो बाद इन्होंने लिखना है कि कहते बट कुछ सर्टन नॉन लिविंग ऑर्गेनिजम्स भी होंगे ने जो ग्रो करते हैं बाय इनक्रीज देयर बॉडी मास एज क्रिएशन फॉर ग्रोथ माउंटेन्स बिल्डर्स सैंड ये ग्रो करते हैं सो इस तरह जो नॉन लिविंग ने वो भी की करते हैं अपना मटीरियल को कम्यूलेट करके ग्रो करते हैं तो इस करके जी लिविंग है वो जी ग्रोथ होंगी वो इनसाइड होंगी है ठीक है तो एंड दिस कंडीशन अंडर द ऑबजर्व्ड तो इस करके कहते इन्हों आप डिस्टिंक्टिव प्रॉपर्टी मनते हैं बस तुसी इन्हें कुछ नहीं लिखना इन्हें मत्था नहीं मारना जी बुक के उत्ते लिखा है जस्ट तुसी ये लिखो कि जो लिविंग ने वो ग्रो करते हैं जस्ट तुसी इत्थों तक पॉइंट लिखो बच्चे अपना मैं तुहानूं पंजाबी दस दनी है जस्ट तुहाडे नोट्स लिए मैनूं देखना पैंदा नोट्स बनवाने दे रही ठीक है आ जाता है बच्चे रिप्रोडक्शन जिथे वर्ड रिप्रोडक्शन आता है मतलब की होंगे एबिलिटी टू प्रोड्यूस ऑर्गेनिज्म रिप्रोडक्शन इट इज़ एबिलिटी एबिलिटी टू प्रोड्यूस ऑर्गेनिजम्स बच्चे जी हुण जिहड़ा एबिलिटी टू प्रोड्यूस हुण जिहड़ा कैट है वो कैट नूं ही पैदा करेगी समझ गए हुण जे तुसीं हुण मनुख है तो मनुख नूं ही पैदा करेगा ना तो यही गल कही है कि जिहड़े लिविंग ऑर्गेनिजम्स होंदे ने वो जीव जंतुओं नूं अपने वर्गे जीव जंतुओं नूं पैदा कर सकते हैं हुण जिवें एग्जाम्पल है हुण जिवें कहंदे कि हुण इहदे विच एग्जाम्पल दित्ती भी है बच्चे जिवें फंजाई है वो मल्टीप्लाई करती है फंजाई मतलब उल्ली वो मल्टीप्लाई करती है स्प्रैड ईजली ड्यू टू मिलियंस ऑफ अपने पास असैक्शुअल स्पोर्स दे प्रोड्यूस्ड बच्चे इन्ना हुण जिवें तुसीं अगर कल पौधे नूं खोलोगे तुसीं जदों कई बार फुੱਲ नूं तोड़िया होगा ना ਉਹਦੇ ਵਿੱਚ छोटे 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 एक कांजे नज़र आते हैं जिन्हों तुसीं पोलन ग्रेन बोल दिंदे हो ठीक है तो हुण उसी तरह कहते उन्होंने बस स्पोर्स भी बोलते छोटे छोटे कणां नूं लोअर ऑर्गेनिजम्स लाइक ईस्ट एंड हाइड्रा दे रिप्रोड्यूस बाय बडिंग तो मैं लास्ट टाइम समझाया सी बडिंग मतलब फालतू पार्ट निकल जाना फिर ये टुट जाता है फिर ये धरती उत्ते गिर के नवा पौधा बन जाता ठीक है बडिंग जिवें प्लैनेरिया इट इज़ रिप्रोड्यूस्ड बाय द फ्लैटवॉर्म ए रीजनरेशन मैथड आ सारी थोड़ी एग्जाम्पल्स ने ठीक है फ्रैगमेंटेशन मैथड द्वारा ठीक है इतों तक लिख हो जाए उसकी इसी तरह कहते कि अपने पास कहते कि सिंपल जो अमीबा गा वो कहते कि ग्रोथ करता है बाय इंक्रीज देयर नंबर ऑफ
ਸੈਲਸ। ਤਾਂ ਇਸ ਕਰਕੇ ਕਹਿੰਦੇ ਕਿ ਜਿਹੜਾ ਰੀਪਰੋਡਕਸ਼ਨ ਹੈ, ਰੀਪਰੋਡਕਸ਼ਨ ਦੇ ਵਿੱਚ ਲਿਵਿੰਗ ਔਰਗੈਨਿਜ਼ਮ ਦੀ ਕਰੈਕਟਰਿਸਟਿਕਸ ਆ ਗਈ ਕਿ ਰੀਪਰੋਡਕਸ਼ਨ, ਕਿ ਲਿਵਿੰਗ ਔਰਗੈਨਿਜ਼ਮ ਉਹ ਔਰਗੈਨਿਜ਼ਮ ਹੁੰਦੇ ਨੇ ਜਿਹੜੇ ਕਿ ਰੀਪਰੋਡਿਊਸ ਕਰ ਸਕਦੇ ਨੇ। ਠੀਕ ਹੈ ਬੱਚੇ, ਤੋ ਇਹ ਇੱਕ ਡਿਸਟਿੰਕਟਿਵ ਪ੍ਰੋਪਰਟੀਜ਼ ਹੈ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਸਾਰੇ ਲਿਵਿੰਗ ਔਰਗੈਨਿਜ਼ਮਸ ਵੀ ਰੀਪਰੋਡਿਊਸ ਕਰਦੇ ਆ, ਬਟ ਕੁਝ ਇਹ ਜਿਹੇ ਔਰਗੈਨਿਜ਼ਮਸ ਹੁੰਦੇ ਨੇ ਜਿਹੜੇ ਕਿ ਰੀਪਰੋਡਿਊਸ ਨਹੀਂ ਕਰ ਸਕਦੇ। ਠੀਕ ਹੈ, ਇਹ ਹੁੰਦੀ ਇੱਕ ਇਹ ਅਲੱਗ ਗੱਲਬਾਤ ਹੈ। ਇੱਥੇ ਆ ਤੁਸੀਂ ਪਹਿਰਾ ਪੜ੍ਹ ਕੇ ਦੇਖਿਓ, ਇਹਦੇ ਵਿੱਚ ਇਹ ਅਲੱਗ ਚੀਜ਼ ਦੱਸ ਰਹੇ, ਇਹਦੇ ਵਿੱਚ ਐਂ ਦੱਸ ਰਹੇ ਕਿ ਕੁਛ ਐਂ ਨਹੀਂ ਕਹਿ ਸਕਦੇ ਆਪਾਂ ਕਿ ਸਾਰੇ ਔਰਗੈਨਿਜ਼ਮ ਹੀ ਫਰਟਾਈਲ ਹੁੰਦੇ ਨੇ, ਮਤਲਬ ਸਾਰੇ ਔਰਗੈਨਿਜ਼ਮ ਹੀ ਬੱਚੇ ਪੈਦਾ ਕਰ ਸਕਦੇ ਆ। ਕਹਿੰਦੇ ਕੁਛ ਔਰਗੈਨਿਜ਼ਮ ਬੱਚੇ ਪੈਦਾ ਨਹੀਂ ਕਰ ਸਕਦੇ। ਤਾਂ ਇਸ ਕਰਕੇ ਕਿ ਜਿਹੜਾ ਰੀਪਰੋਡਕਸ਼ਨ ਹੈ ਉਹ ਲਿਵਿੰਗ ਔਰਗੈਨਿਜ਼ਮ ਦੀ ਤਾਂ ਪ੍ਰੋਪਰਟੀ ਹੈਗੀ ਹੈ, ਬਟ ਉਹਨੂੰ ਆਪਾਂ ਇਨਡਿਸਟਿੰਕਟਿਵ ਪ੍ਰੋਪਰਟੀ ਬੋਲਾਂਗੇ। ਕੀ ਬੋਲਾਂਗੇ? ਇਨਡਿਸਟਿੰਕਟਿਵ ਪ੍ਰੋਪਰਟੀ ਬੋਲਾਂਗੇ। ਬੇਸਿਕਲੀ ਤੁਸੀਂ ਕੀ ਕਰੋ, ਬੇਸਿਕਲੀ ਜਸਟ ਤੁਸੀਂ ਯਾਦ ਰੱਖੋ ਕਿ ਲਿਵਿੰਗ ਔਰਗੈਨਿਜ਼ਮਸ ਦੀ ਕੀ ਪ੍ਰੋਪਰਟੀਜ਼ ਹੈ। ਹੁਣ ਬੱਚੇ ਥਰਡ ਪੁਆਇੰਟ ਸ਼ੁਰੂ ਹੁੰਦਾ ਮੈਟਾਬੋਲਿਜ਼ਮ। ਇਹਦੇ ਵਿੱਚ ਤੁਸੀਂ ਇੱਥੋਂ ਸ਼ੁਰੂ ਕਰੋ। ਆਲ ਦਾ ਪਲਾਂਟ ਐਂਡ ਐਨੀਮਲ ਫੰਜਾਈ ਮਾਈਕਰੋਬਸ exhibit the metabolism. The sum of total all the chemical reactions occur in the body is called metabolism. ਬੱਚੇ ਹੁਣ ਮੈਟਾਬੋਲਿਜ਼ਮ ਮੈਂ ਤੁਹਾਨੂੰ ਪਹਿਲਾਂ ਹੀ ਸਭ ਤੋਂ ਪਹਿਲਾਂ ਸਟਾਰਟਿੰਗ ਤੋਂ ਦੱਸਿਆ। ਹੁਣ ਤੁਸੀਂ ਸਾਹ ਲੈਂਦੇ ਹੋ, ਤੁਸੀਂ ਖਾਣਾ ਖਾਂਦੇ ਹੋ, ਤੁਸੀਂ ਰੀਪਰੋਡਕਸ਼ਨ ਹੁੰਦੀ ਹੈ ਤੁਹਾਡੇ ਅੰਦਰ। ਠੀਕ ਹੈ, ਉਹ ਇਹ ਜਿਹੜੇ ਪ੍ਰੋਸੈਸ ਹੁੰਦੇ ਨੇ ਇਹਨਾਂ ਨੂੰ ਆਪਾਂ ਮੈਟਾਬੋਲਿਜ਼ਮ ਬੋਲਦੇ, ਜਿਨ੍ਹਾਂ ਦੇ ਬਿਨਾਂ ਤੁਸੀਂ ਰਹਿ ਨਹੀਂ ਸਕਦੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਮੈਟਾਬੋਲਿਜ਼ਮ। ਸਾਹ ਲੈਣ ਦੀ ਕਿਰਿਆ ਦਾ ਮਤਲਬ ਮੈਟਾਬੋਲਿਜ਼ਮ ਹੈ। ਸੋ ਜਿਹੜੇ ਨੋਨ ਲਿਵਿੰਗ ਹੁੰਦੇ ਨੇ, ਹੁਣ ਤੁਸੀਂ ਕਦੇ ਚੇਅਰ ਨੂੰ ਸਾਹ ਲੈਂਦੇ ਦੇਖਿਆ? ਸੋ ਇਹ ਐਗਜ਼ੈਬਿਟ ਮੈਟਾਬੋਲਿਜ਼ਮ। ਅਤੇ ਜਿਹੜੇ ਨੋਨ ਲਿਵਿੰਗ ਹੁੰਦੇ ਨੇ ਉਹਨਾਂ ਵਿੱਚ ਮੈਟਾਬੋਲਿਜ਼ਮ ਨਹੀਂ ਹੁੰਦਾ। ਮੈਟਾਬੋਲਿਕ ਰਿਐਕਸ਼ਨਸ ਕੈਨ ਬੀ ਡੈਮੋਨਸਟ੍ਰੇਟਡ ਆਊਟਸਾਈਡ ਦਾ ਬੋਡੀ ਇਨ ਸੈਲ ਫਰੀ। ਇਹਨੂੰ ਚਾਹੇ ਛੋੜ ਦਿਓ। ਸੋ ਵਾਈਲ ਦਾ ਮੈਟਾਬੋਲਿਜ਼ਮ ਇਟ ਇਜ਼ ਅ ਡਿਫਾਈਨਿੰਗ ਫੀਚਰਸ ਆਫ ਲਿਵਿੰਗ ਔਰਗੈਨਿਜ਼ਮ ਵਿਦਾਊਟ ਐਕਸੈਪਸ਼ਨ। ਬਸ ਜਸਟ ਕੁਛ ਨਹੀਂ ਕਰਨਾ ਇਹਦੇ ਅੰਦਰ, ਬਸ ਤੁਸੀਂ ਇੱਥੋਂ ਤੱਕ ਲਿਖਣਾ ਹੈ ਕਿ ਜਿਹੜੇ ਲਿਵਿੰਗ ਔਰਗੈਨਿਜ਼ਮਸ ਹੁੰਦੇ ਨੇ ਉਹਨਾਂ ਦੇ ਵਿੱਚ ਮੈਟਾਬੋਲਿਜ਼ਮ ਪ੍ਰੈਜ਼ੈਂਟ ਹੁੰਦਾ ਹੈ, ਅਤੇ ਜਿਹੜੇ ਨੋਨ ਲਿਵਿੰਗ ਔਰਗੈਨਿਜ਼ਮਸ ਹੁੰਦੇ ਨੇ ਉਹਨਾਂ ਦੇ ਵਿੱਚ ਮੈਟਾਬੋਲਿਜ਼ਮ ਐਬਸੈਂਟ ਹੁੰਦਾ ਹੈ। ਠੀਕ ਹੈ ਜੀ। So therefore it is a defining features of living organisms. Clear है? ਉਸ ਤੋਂ ਬਾਅਦ ਜੇ ਇੱਕ ਗੱਲ ਆਉਂਦੀ ਜਿਵੇਂ ਕੌਨਸੀਸ਼ਨਸ ਦਾ ਕੀ ਮਤਲਬ ਹੁੰਦਾ ਹੈ ਕਿ ਤੁਸੀਂ ਕਿੰਨੇ ਕੁ ਕੌਨਸੀਅਸ ਹੋ। ਮਤਲਬ ਹੁਣ ਜਦੋਂ ਠੰਡ ਆਉਂਦੀ ਹੈ, ਤੁਹਾਨੂੰ ਠੰਡ ਮਹਿਸੂਸ ਹੁੰਦੀ ਹੈ, ਤੁਸੀਂ ਗਰਮ ਕੱਪੜੇ ਪਾਉਂਦੇ ਹੋ, ਤਾਂ ਇਹਨੂੰ ਕੀ ਬੋਲਦੇ ਆ? ਕੌਨਸੀਸ਼ਨਸ। ਠੀਕ ਹੈ, ਕੌਨਸੀਅਸ। ਅਤੇ ਗਰਮੀ ਵੇਲੇ ਤੁਸੀਂ ਏਸੀ 'ਚ ਬਹਿੰਦੇ ਹੋ, ਅਤੇ ਇਹਦਾ ਮਤਲਬ ਕੀ ਹੈ? ਤੁਸੀਂ ਮਹਿਸੂਸ ਕਰਦੇ ਹੋ ਕਿ ਵਾਤਾਵਰਨ ਦੇ ਵਿੱਚ ਕੀ ਹੋ ਰਿਹਾ। ਤਾਂ ਕਹਿੰਦੇ ਹੁਣ ਇਹਦੇ ਵਿੱਚ ਇਹੀ ਗੱਲ ਆਉਂਦੀ ਹੈ ਬੱਚੇ ਕਿ ਜਿਹੜੇ ਪਲਾਂਟ ਨੇ ਉਹ ਵੀ ਕੀ ਕਰਦੇ ਨੇ? ਐਕਸਟਰਨਲ ਇਨਵਾਇਰਮੈਂਟ ਦੇ ਮੁਤਾਬਿਕ ਆਪਣਾ ਕਹਿੰਦੇ ਮਤਲਬ ਸੈਂਸ ਕਰਦੇ ਨੇ। ਕਹਿੰਦੇ ਵੀ ਸੈਂਸ ਆਵਰ ਇਨਵਾਇਰਮੈਂਟ ਥਰੂ ਆਵਰ ਸੈਂਸ ਔਰਗਨਸ। ਪਲਾਂਟ ਰਿਸਪੌਂਸ ਟੂ ਐਕਸਟਰਨਲ ਫੈਕਟਰ ਲਾਈਕ ਲਾਈਟ, ਵਾਟਰ ਐਂਡ ਟੈਂਪਰੇਚਰ ਐਂਡ ਅਦਰ ਔਰਗੈਨਿਜ਼ਮਸ ਐਂਡ ਪੋਲੂਟੈਂਟ। All the living organisms from the prokaryote to complex eukaryote they can sense and response to the ਇੱਥੋਂ ਸ਼ੁਰੂ ਕਰ ਦਿਓ ਚਾਹੇ। ਠੀਕ ਹੈ, to the ਆਪਣੇ ਪਾਸ environmental issues। ਇੱਕ ਹੁੰਦਾ ਫੋਟੋ ਪੀਰੀਅਡ ਦਾ ਕੀ ਮਤਲਬ ਹੁੰਦਾ ਹੈ? ਇਟ ਅਫੈਕਟ ਦ ਰੀਪਰੋਡਕਸ਼ਨ ਇਨ ਸੀਜ਼ਨਲ ਬਰੀਡ। ਮਤਲਬ ਫੋਟੋ ਪੀਰੀਅਡ ਦਾ ਮਤਲਬ ਹੁੰਦਾ ਬੱਚੇ ਲਾਈਟ ਦੇ ਮੁਤਾਬਿਕ ਤੁਹਾਡਾ ਪੀਰੀਅਡ। ਹੁਣ ਜਿਵੇਂ ਕੁਝ ਪਲਾਂਟ ਹੁੰਦੇ ਨੇ, ਕੁਝ ਪਲਾਂਟ ਕੀ ਕਰਦੇ ਨੇ, ਜਦੋਂ ਲਾਈਟ ਆਉਂਦੀ ਹੈ ਤਾਂ ਉਹਨਾਂ ਦੇ ਲਾਈਟ ਦੇ ਬਲ ਨੂੰ ਝੁਕ ਜਾਂਦੇ ਨੇ। ਠੀਕ ਹੈ, ਜਿੱਥੇ ਕਈ ਪਲਾਂਟ ਇਹੋ ਜਿਹੇ ਹੁੰਦੇ ਨੇ ਕਿ ਬਿਨਾਂ ਇਨ ਦ ਐਬਸੈਂਸ ਆਫ ਲਾਈਟ ਗਰੋ ਕਰਦੇ ਨੇ, ਕਈ ਪਲਾਂਟ ਇਨ ਦ ਪ੍ਰੈਜ਼ੈਂਸ ਆਫ ਲਾਈਟ ਗਰੋ ਕਰਦੇ ਨੇ, ਤਾਂ ਉਹਨੂੰ ਆਪਾਂ ਬੋਲਦੇ ਹਾਂ ਫੋਟੋ ਪੀਰੀਅਡ। ਸੋ ਇਹਦਾ ਕਹਿਣ ਦਾ ਮਤਲਬ ਕੀ ਹੈ ਕਿ ਚਾਹੇ ਕਹਿੰਦੇ ਤੁਸੀਂ ਲਿਵਿੰਗ ਔਰਗੈਨਿਜ਼ਮਸ ਦੀ ਇੱਕ ਮੇਨ ਪ੍ਰੋਪਰਟੀ ਇਹ ਹੈ ਕਿ ਉਹ ਇਨਵਾਇਰਮੈਂਟ ਦੇ ਵਿੱਚ ਜੋ ਵੀ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਦੇ ਮੁਤਾਬਿਕ ਆਪਣੇ ਆਪ ਨੂੰ ਢਾਲਦੇ ਨੇ। ਠੀਕ ਹੈ, ਸੋ ਦ ਲਿਵਿੰਗ ਔਰਗੈਨਿਜ਼ਮਸ ਦੇ ਕੈਨ ਅਡੈਪਟ ਦੈਮਸੈਲਫ ਅਕੋਰਡਿੰਗ ਟੂ ਦ ਇਨਵਾਇਰਮੈਂਟਲ conditions. Clear है? So for example ਕਹਿੰਦੇ that plant ਹੈ, the plant which grow in the sunlight they can adapt themselves according to sunlight. ठीक है, and similarly they can move toward the sunlight. ਕਲੀਅਰ ਹੈ? ਸੋ ਇਨ ਕੇਸ ਆਫ ਆਵਰ ਹਿਊਮਨ ਬੀਇੰਗਸ ਦੇ ਵਿੱਚ ਆਪਾਂ ਕਹਾਂਗੇ ਕਿ ਮਤਲਬ ਇਨ ਕੇਸ ਆਫ ਹਿਊਮਨ ਬੀਇੰਗਸ ਲਾਈਕ ਇਨ ਵਿੰਟਰ ਸੀਜ਼ਨ ਦੇ ਕੈਨ ਅਡੈਪਟ ਦੈਮਸੈਲਵਸ ਬਾਈ ਵੇਅਰਿੰਗ ਦੇਅਰ ਕਲੋਥ। ਹੁਣ ਜਿਹੜੀ ਚੀਜ਼ ਮੈਂ ਲਾਈਨ ਬੋਲੀ ਹੈ ਇਹਨੂੰ ਰਿਕਾਰਡ ਕਰਕੇ ਲਿਖ ਲਓ। ਠੀਕ ਹੈ,
ਲਿਵਿੰਗ ਆਰਗੈਨਿਜ਼ਮ ਦਾ 4th ਪੁਆਇੰਟ ਕਿੱਥੇ ਸ਼ੁਰੂ ਹੁੰਦਾ ਹੈ, ਕਹਿੰਦੇ ਵੀ ਕੈਨ ਸੇ ਦੈਟ, ਇੱਥੋਂ ਸ਼ੁਰੂ ਕਰੋ, ਠੀਕ ਹੈ, ਤਾਂ ਕਿ ਤੁਸੀਂ ਕਾਪੀ 'ਤੇ ਸਾਰਾ ਕੁਝ ਲਿਖ ਲਓ। ਕਹਿੰਦੇ ਆਪਣੇ ਪਾਸ ਲਿਵਿੰਗ ਆਰਗੈਨਿਜ਼ਮਸ ਆਰ ਸੈਲਫ ਰੈਪਲੀਕੇਟਿੰਗ, ਇਵੈਲੂਏਟਿੰਗ ਐਂਡ ਸੈਲਫ ਰੈਗੂਲੇਟਿੰਗ, capable of responding to external stimuli. So biology, it is a story of life on the earth, ठीक है। So all the living organisms present, past and future, they are linked one another। simple जी गल लिखो ਇਹਦੇ ਵਿੱਚ ਇਹੀ ਜੋ ਮੈਂ ਪਿੱਛੇ ਤੁਹਾਨੂੰ ਸਮਝਾ ਕੇ ਹਟੀ ਕਿ ਲਿਵਿੰਗ ਆਰਗੈਨਿਜ਼ਮਸ ਦੀ ਪ੍ਰੋਪਰਟੀ ਹੈ ਕਿ ਉਹ ਆਪਣੇ ਆਪ ਨੂੰ ਵਾਤਾਵਰਨ ਦੇ ਮੁਤਾਬਿਕ ਅਡਾਪਟ ਕਰ ਲੈਂਦੇ ਨੇ, ਆਪਣੇ ਆਪ ਨੂੰ ਵਾਤਾਵਰਨ ਦੇ ਮੁਤਾਬਿਕ ਢਾਲ ਲੈਂਦੇ ਨੇ। ਤਾਂ ਉਹੀ ਇਹਦੇ ਵਿੱਚ ਲਿਖਿਆ ਹੋਇਆ ਇਹਨਾਂ ਨੇ ਕਿ ਲਿਵਿੰਗ ਆਰਗੈਨਿਜ਼ਮਸ ਦੇ ਕੈਨ ਸੈਲਫ ਰੈਪਲੀਕੇਟ। ਸੈਲਫ ਰੈਪਲੀਕੇਟ ਦਾ ਕੀ ਮਤਲਬ ਹੋਣਾ ਕਿ ਆਪਣੇ ਆਪ ਨੂੰ, ਅਗਰ ਮੰਨ ਲਓ ਕੋਈ ਚੀਜ਼ ਆਪਣੇ 60 ਫਿਟ ਲੱਗ ਜਾਂਦੀ ਹੈ ਤਾਂ 60 ਫਿਟ ਆਪਣੇ ਆਪ ਠੀਕ ਹੋ ਜਾਂਦੀ ਹੈ ਨਾ, ਤਾਂ ਇਹਦਾ ਮਤਲਬ ਹੋ ਗਿਆ ਸੈਲਫ ਰੈਪਲੀਕੇਟ। ਇਵੈਲੂਇੰਗ ਦਾ ਮਤਲਬ ਆਪਾਂ ਹੁਣ ਆਪਾਂ ਗਰੋ ਕਰਦੇ ਰਹਿੰਦੇ ਹਾਂ, ਆਪਣਾ ਹੁਣ ਆਪਣੀ ਸੋਚ ਇਵੈਲੂਏਟ ਹੁੰਦੀ ਰਹਿੰਦੀ ਹੈ, ਮਤਲਬ ਗਰੋ ਕਰਦੀ ਰਹਿੰਦੀ ਹੈ, ਠੀਕ ਹੈ। ਸੋ ਸੈਲਫ ਰੈਗੂਲੇਟਿੰਗ ਮਤਲਬ ਹੁਣ ਜਿਵੇਂ ਆਪਾਂ ਹੁਣ ਠੰਡ ਹੈ ਤਾਂ ਠੰਡ ਦੇ ਵਿੱਚ ਆਪਾਂ ਕੀ ਕਰਦੇ, ਗਰਮ ਕੱਪੜੇ ਪਾਉਂਦੇ ਹਾਂ, ਅਤੇ ਜੇ ਗਰਮੀ ਹੋਵੇ ਤਾਂ ਠੰਡੇ ਕੱਪੜੇ ਪਾਉਂਦੇ ਹਾਂ, ਠੀਕ ਹੈ, ਸਿੱਧੀ ਜਿਹੀ ਗੱਲ ਹੈ। ਤੋ ਇਹ ਉਹਦੇ ਕੀ ਹੋ ਗਏ ਕਰੈਕਟਰਿਸਟਿਕਸ, ਕਲੀਅਰ ਹੈ। ਹੁਣ ਅਗਲਾ ਆਪਣਾ ਬੱਚੇ ਨੈਕਸਟ ਟੋਪਿਕ ਸ਼ੁਰੂ ਹੋਊਗਾ, ਡਾਇਵਰਸਿਟੀ ਇਨ ਦਾ ਲਿਵਿੰਗ ਵਰਲਡ, ਠੀਕ ਹੈ। ਇਹਦੇ ਵਿੱਚ ਕੀ ਪੁਆਇੰਟ ਲਿਖਣੇ ਉਹ ਮੈਂ ਤੁਹਾਨੂੰ ਨੋਟਸ ਦੇ ਵਰਡ ਸਮਝਾ ਦੂੰਗੀ। ਅੱਜ ਆਪਾਂ ਨੇ ਕੀ ਕੀਤਾ ਹੈ ਕਿ ਵਾਟ ਆਰ ਦ ਲਿਵਿੰਗ ਆਰਗੈਨਿਜ਼ਮਸ ਐਂਡ ਵਾਟ ਆਰ ਦ ਕਰੈਕਟਰਿਸਟਿਕਸ ਆਫ ਲਿਵਿੰਗ ਆਰਗੈਨਿਜ਼ਮਸ, ਅਤੇ ਇਹੀ ਤੁਹਾਨੂੰ ਟੈਸਟ ਦੇ ਵਿੱਚ ਕੁਐਸਚਨਸ ਪਾਏ ਜਾਣਗੇ, ਠੀਕ ਹੈ ਬੱਚੇ। ਥੈਂਕ ਯੂ ਸੋ ਮਚ।